ਇਹ ਸਵਾਲ ਹੈ, ਇਹ ਮੈਂ ਨਹੀਂ ਕਰਦਾ। ਜਾਓ 12,000 ਪਿੰਡਾਂ ਦੇ ਵਿੱਚ ਪਤਾ ਕਰੋ, ਸੱਥਾਂ 'ਚ ਦੇਖੋ ਕੀ ਸਵਾਲ ਹੁੰਦਾ। ਇੱਕ ਨੇ ਕਲੀਨ ਚਿੱਟ ਦਿੱਤੀ ਹੈ ਤੇ ਦੂਜਾ ਬਲੈਂਕਟ ਬਿੱਲ ਦੇ ਦਿੱਤਾ, ਤੇ ਇਨਵੈਸਟੀਗੇਸ਼ਨ ਪੂਰੀ ਕਰਕੇ ਦਿਖਾਓ ਉਹਦੇ ਬਿਨਾਂ। ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਲੁਕਾ ਰਹੀ ਆ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਪਹਿਲਾਂ ਇੱਕ ਦਿਨ ਦਾ ਸੀ, ਵਿੱਚ 2 ਸਿਟੀਆਂ ਸੀਗੀਆਂ। ਇੱਕ ਦਿਨ ਦੇ ਵਿੱਚ 2 ਸਿਟੀਆਂ ਸੀਗੀਆਂ। ਪਹਿਲੀ ਸਿਟਿੰਗ ਕੀ ਸੀ? ਸ਼ਰਧਾਂਜਲੀਆਂ। ਦੂਜੀ ਸਿਟਿੰਗ ਕੀ ਸੀ? ਕੰਮਕਾਰ। ਜਿਹੜਾ BSF ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ। ਪਰ ਲੇਕਿਨ ਸਰਕਾਰ ਨੇ ਸੈਸ਼ਨ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਾ। ਉਦੋਂ ਵੀ ਕਹਿੰਦਾ ਸੀ ਸਿੱਧੂ ਵੀ ਗੁਰੂ ਦਾ ਲੜ ਨਹੀਂ ਛੱਡੂ, ਭਾਵੇਂ MPਗਰੀ ਹੋਵੇ, ਭਾਵੇਂ ਮਿਨਿਸਟਰੀਆਂ ਹੋਣ, ਭਾਵੇਂ ਬਠਿੰਡੇ 'ਚ ਖੜ ਕੇ ਸਟੇਜ ਦੇ ਉੱਤੇ ਪੁੱਛਿਆ ਹੋਵੇ, ਭਾਵੇਂ ਮਹਿਕਮੇ ਬਦਲੇ ਗਏ ਹੋਣ, ਕੋਈ ਸਮਝੌਤਾ ਨਹੀਂ ਸਿੱਧੂ ਦਾ। ਸਧਾਰਨ ਤੁਹਾਡੇ ਸਾਰਿਆਂ ਨਾਲ ਫਾਰਮ ਨਹੀਂ ਭਰੇ ਸੀ ਇਹਨਾਂ ਨੇ। ਜਿਨ੍ਹਾਂ ਨੇ ਫਾਰਮ ਭਰੇ ਉਹ ਵਿਹਲੇ, ਤੇ ਜਿਹੜੇ ਇਹ VIP ਕੋਟਾ ਉਹ ਅੰਦਰ। ड्रामेबाज चीफ मिनिस्टर चन्नी साहब को अगर फोटो खिंचवाने से और अपनी एडवर्टाइजमेंट देने से थोड़ा सा भी समय मिले, टाइम मिले, तो पंजाब के इन मुद्दों पर भी जरा गौर फरमाएं। ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਵਿਜੇ ਮੌਰਿਆ ਤੇ ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਪ੍ਰੋਗਰਾਮ। ਖਬਰ ਪੜਤਾਲ ਵਿੱਚ ਅਸੀਂ ਉਹ ਖਬਰਾਂ ਦੀ ਗੱਲ ਕਰਾਂਗੇ ਜਿਹੜੀ ਪੰਜਾਬ ਦੀ ਸਿਆਸਤ ਦੀ ਵੱਡੀਆਂ ਖਬਰਾਂ ਰਹੀਆਂ ਨੇ। ਗੱਲ ਪਹਿਲਾਂ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ। ਕੱਲ੍ਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਕਾਂਗਰਸ ਸਰਕਾਰ ਤੇ ਵੱਡੇ ਸਵਾਲ ਚੱਕੇ ਹੈ। ਇਹਨਾਂ ਮੁੱਦੇ ਤੇ ਗੱਲ ਕਰਾਂਗੇ। ਇਸ ਤੋਂ ਇਲਾਵਾ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੀ ਸਰਕਾਰ ਨੂੰ ਬੜਾ ਘੇਰਿਆ। ਉਹਨਾਂ ਨੇ ਕਿਸ ਮੁੱਦੇ ਤੇ ਘੇਰਿਆ, ਇਹ ਆਪਾਂ ਸਵਾਲਾਂ ਤੇ ਜਵਾਬ ਲਵਾਂਗੇ। ਸਾਡੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ। ਡੱਲਾ ਸਾਹਿਬ, ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਵਿਜੇ ਮੌਰਿਆ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਸਾਹਿਬ, ਕੱਲ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੁਬਾਰਾ ਕੀਤੀ ਹੈ ਔਰ ਚੰਨੀ ਸਰਕਾਰ ਤੇ ਕਈ ਸਵਾਲ ਖੜੇ ਕਰ ਦਿੱਤੇ ਹੈ। ਉਹਨਾਂ ਨੇ ਕੀ ਇਹ ਸਵਾਲ ਕੀਤੇ ਖੜੇ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਕਿਸ ਮੁੱਦੇ ਤੇ ਉਹਨਾਂ ਨੇ ਗੱਲ ਕੀਤੀ ਹੈ? ਦੇਖੋ, ਪਹਿਲਾਂ ਤਾਂ ਮੈਂ ਇਹ ਗੱਲ ਜ਼ਰੂਰ ਸਪਸ਼ਟ ਕਰਦਾ, ਮੀਡੀਆ ਦੇ ਵਿੱਚ ਵੀ ਕਈ ਪਾਸੇ ਇਹ ਗੱਲ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚੰਨੀ ਸਰਕਾਰ ਤੇ ਕੋਈ ਸਵਾਲ ਨਹੀਂ ਖੜੇ ਕੀਤੇ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਹ ਮੁੱਦਾ 2015 ਤੋਂ ਲਗਾਤਾਰ ਚੱਕਿਆ ਹੋਇਆ, ਕਿਉਂਕਿ ਇਹ ਇਨਸਾਫ ਦਾ ਮੁੱਦਾ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਕਮਿਸ਼ਨ ਬਣੇ, ਇਨਸਾਫ ਨਹੀਂ ਮਿਲੇ, ਬੇਅਦਬੀਆਂ ਦੇ, ਹੋਰ ਮਾਮਲਿਆਂ ਦੇ, ਬਰਗਾੜੀ ਦਾ, ਕੋਟਕਪੁਰਾ ਦਾ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਰਹੀ 4.5 ਸਾਲ, ਇਨਸਾਫ ਨਹੀਂ ਮਿਲਿਆ। ਇਨਸਾਫ ਉਦੋਂ ਮਿਲੇਗਾ ਜਦੋਂ ਜਿਹੜਾ ਸਿਸਟਮ ਹੈ ਉਹ ਮੁਕੰਮਲ ਤੌਰ ਦੇ ਉੱਤੇ ਕੰਮ ਕਰੇਗਾ। ਹੁਣ ਤੁਸੀਂ ਦੇਖੋ ਕਿ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਸਿੱਟ ਬਣਾਈ ਸੀ ਔਰ ਉਦੋਂ ਗੱਲ ਹੋਈ ਸੀ ਕਿ 6 ਮਹੀਨੇ ਦੇ ਵਿੱਚ ਇੱਕ ਮਾਮਲੇ ਦੀ ਜਾਂਚ ਕੀਤੀ ਜਾਏਗੀ ਔਰ ਹਾਈ ਕੋਰਟ ਨੇ ਕਿਹਾ ਸੀ ਕਿ 6 ਮਹੀਨਿਆਂ ਦੇ ਵਿੱਚ ਜਿਹੜੀ ਰਿਪੋਰਟ ਹੈ ਸਿੱਟ ਆਪਣੀ ਜਾਂਚ ਮੁਕੰਮਲ ਕਰੇ। ਹੁਣ ਤੁਸੀਂ ਦੇਖੋ ਕਿ 6 ਮਹੀਨੇ ਤੋਂ ਵੀ ਅੱਜ 2 ਦਿਨ ਉੱਪਰ ਹੋ ਗਏ ਨੇ ਕਿ ਕਿਸੇ ਸਿੱਟ ਨੇ ਹਾਈ ਕੋਰਟ ਦੇ ਵਿੱਚ ਜਾਂ ਸਿੱਟ ਨੇ ਇਹ ਕਿਹਾ ਕਿ ਅਸੀਂ ਜਾਂਚ ਮੁਕੰਮਲ ਕਰ ਲਈ। ਬਹੁਤ ਮਾਮਲਿਆਂ ਦੇ ਵਿੱਚ ਅਸੀਂ ਦੇਖਿਆ ਕਿ ਸੁਮੇਧ ਸਿੰਘ ਸੈਣੀ ਜਿਹੜੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੀ, ਜਿਹੜੇ ਕਿ ਇੱਕ ਮਾਮਲੇ ਦੇ ਵਿੱਚ ਨਾਮਜ਼ਦ ਵੀ ਸੀ, ਉਹਨਾਂ ਨੂੰ ਬਲੈਂਕਟ ਬੇਲ ਮਿਲੀ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਤੇ ਲੰਮੇ ਸਮੇਂ ਤੱਕ ਸਟੇ ਚੱਲ ਰਿਹਾ। ਜਦ ਤੱਕ ਸੁਮੇਧ ਸਿੰਘ ਸੈਣੀ ਉਹਨਾਂ ਦੀ ਬਲੈਂਕਟ ਬੇਲ ਹੈ ਉਹਨੂੰ ਚੈਲੰਜ ਨਹੀਂ ਕੀਤਾ ਜਾਂਦਾ ਜਾਂ ਉਹ ਖਤਮ ਨਹੀਂ ਹੁੰਦੀ, ਰੱਦ ਨਹੀਂ ਹੁੰਦੀ, ਤਦ ਤੱਕ ਜਿਹੜੀ ਸਿੱਟ ਹੈ, ਕੋਈ ਵੀ ਪੰਜਾਬ 'ਚ ਜਿਹੜੀ ਸਿੱਟ ਹੈ ਉਹ ਅਗਲੀ ਪੁੱਛਗਿੱਛ ਸੁਮੇਧ ਸੈਣੀ ਉਹਨਾਂ ਤੋਂ ਨਹੀਂ ਕਰ ਸਕਦੀ। ਸੋ ਭਾਵ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਜਾਂਚ ਹੈ ਉਹ ਸਿੱਟ ਵੱਲੋਂ ਮੁਕੰਮਲ ਨਹੀਂ ਕੀਤੀ ਜਾ ਸਕੇਗੀ। ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਸਿਸਟਮ ਦੇ ਉੱਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸੁਝਾਅ ਦੇ ਰੂਪ ਦੇ ਵਿੱਚ ਪੁੱਛੇ ਨੇ ਕਿ ਕਿੱਥੇ ਹੈ ਚਾਰਜ ਸ਼ੀਟ, ਜਿਹੜੀ 6 ਮਹੀਨਿਆਂ ਦੇ ਵਿੱਚ ਚਾਰਜ ਸ਼ੀਟ ਬਣਨੀ ਸੀ। ਇਹ ਸਵਾਲ ਨੇ ਔਰ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ,
ਭਾਵੇਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਪਰ ਉਹ ਅੰਮ੍ਰਿਤਸਰ ਦੇ ਇੱਕ ਵਿਧਾਇਕ ਵੀ ਨੇ ਔਰ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਵੀ ਇਹ ਸਰਕਾਰ ਨੂੰ ਪੁੱਛ ਸਕਦੇ ਨੇ ਸੁਝਾਅ ਦੇ ਰੂਪ ਚ ਵਿੱਚ ਵੀ ਕਿੱਥੇ ਹੈ ਸਿੱਟ ਦੀ ਰਿਪੋਰਟ। ਸੋ ਇਸ ਕਰਕੇ ਇਹ ਪਹਿਰੇਦਾਰੀ ਦੇਣੀ ਬਹੁਤ ਜ਼ਰੂਰੀ ਹੈ। ਔਰ ਨਵਜੋਤ ਸਿੰਘ ਸਿੱਧੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣਾ ਪ੍ਰਧਾਨਗੀ ਦਾ ਅਸਤੀਫਾ ਹੀ ਦਿੱਤਾ ਸੀ ਕਿ ਮੈਂ ਮੁੱਦਿਆਂ ਦੇ ਨਾਲ ਸਮਝੌਤਾ ਨਹੀਂ ਕਰਨਾ, ਜਿਨ੍ਹਾਂ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਛੱਡਤੀ ਸੀ ਕਿ ਜੇ ਮੈਨੂੰ ਪੰਜਾਬ 'ਚ ਤੁਸੀਂ ਵਿਚਰਨ ਨਹੀਂ ਦੇਣਾ ਤੇ ਮੈਨੂੰ ਰਾਜ ਸਭਾ ਦੀ ਮੈਂਬਰੀ ਨਹੀਂ ਚਾਹੀਦੀ, ਜਿਹੜੇ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਤਾ ਕਿ ਜਿੱਥੇ ਕੰਮ ਕਰਨ ਦੀ ਆਜ਼ਾਦੀ ਨਹੀਂ, ਤੁਰੰਤ ਸਰਕਾਰੀ ਕੋਠੀ ਛੱਡਤੀ, ਅੱਜ ਤੱਕ ਸਰਕਾਰੀ ਮਕਾਨ ਨਹੀਂ ਲਿਆ ਚੰਡੀਗੜ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ, ਵਿਧਾਇਕ ਦੇ ਤੌਰ ਤੇ ਵੀ ਜਿਹੜਾ ਮਕਾਨ ਮਿਲਦਾ ਉਹ ਵੀ ਨਹੀਂ ਹਜੇ ਨਵਜੋਤ ਸਿੰਘ ਸਿੱਧੂ ਨੇ ਲਿਆ। ਪਟਿਆਲੇ ਆਪਣੇ ਘਰ ਰਹਿੰਦੇ ਨੇ ਜਾਂ ਅੰਮ੍ਰਿਤਸਰ ਆਪਣੇ ਘਰ ਰਹਿੰਦੇ ਨੇ, ਜਾਂ ਕਦੀ ਉਹਨਾਂ ਨੇ ਚਾਹ ਦਾ ਕੱਪ ਸਾਂਝਾ ਕਰਨਾ ਤੇ ਉਹ ਪ੍ਰਗਟ ਸਿੰਘ ਉਹਨਾਂ ਦੇ ਘਰ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਨਿੱਜੀ ਦੋਸਤ ਨੇ। ਸੋ ਇੱਥੋਂ ਇੱਕ ਵਿਅਕਤੀ ਦਾ ਕਿਰਦਾਰ ਹੈ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੈ। ਔਰ ਨਵਜੋਤ ਸਿੰਘ ਸਿੱਧੂ ਨੇ ਇਹ ਪੁੱਛਿਆ ਸਿਸਟਮ ਤੋਂ ਕਿ ਸਿਸਟਮ ਹਜੇ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਕੀ ਕਰ ਰਿਹਾ, ਕਿਉਂਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਵੀ ਸਵਾਲ ਖੜਾ ਕੀਤਾ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਫੰਕਸ਼ਨਿੰਗ ਤੇ। ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਕਿ ਐਡਵੋਕੇਟ ਜਨਰਲ ਉਹਨਾਂ ਨੂੰ ਜਾਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਕਿਉਂ ਨਹੀਂ ਸਿੱਟ ਦੀਆਂ ਰਿਪੋਰਟਾਂ ਮੁਕੰਮਲ ਹੋ ਸਕੀ 6 ਮਹੀਨੇ ਵੀ ਲੰਘ ਗਏ ਤੇ ਅਗਰ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਕਿਸੇ ਵੀ ਮਾਮਲੇ 'ਚ ਹਜੇ ਪੁੱਛ-ਗਿੱਛ ਲਈ ਨਹੀਂ ਲਿਆਂਦਾ ਜਾ ਸਕਦਾ ਤੇ ਫਿਰ ਇਹ ਜਾਂਚਾਂ ਹੋਣਗੀਆਂ ਕਿਵੇਂ। ਸੋ ਇਹ ਬਹੁਤ ਵੱਡਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸਿਸਟਮ ਤੇ ਸਵਾਲ ਖੜਾ ਕੀਤਾ। ਔਰ ਨਵਜੋਤ ਸਿੰਘ ਸਿੱਧੂ ਦੀ ਲੜਾਈ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਸੀ, ਨਾ ਚਰਨਜੀਤ ਚੰਨੀ ਉਹਨਾਂ ਦੇ ਨਾਲ ਹੈ। ਚਰਨਜੀਤ ਚੰਨੀ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ ਹੈ। ਕੱਲ ਵੀ ਜਿਹੜੀ ਇੱਕ ਮੀਟਿੰਗ ਹੋਈ ਹੈ ਪਾਰਟੀ ਦੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ, ਸੰਗਠਨ ਨੂੰ ਲੈ ਕੇ, ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਸੀ। ਸਧਾਰਨ ਦੇ ਰੂਪ ਦੇ ਵਿੱਚ ਚਰਨਜੀਤ ਚੰਨੀ ਉਹਨਾਂ ਨੂੰ ਉਹ ਮਿਲੇ, ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿਲੇ, ਕਿਉਂਕਿ ਮੈਂ ਆਪ ਉਸ ਮੀਟਿੰਗ ਦੇ ਬਾਹਰ ਮੌਜੂਦ ਰਿਹਾ ਵਿਜੇ ਮੌਰਿਆ ਜੀ। ਸੋ ਇਸ ਕਰਕੇ ਬਹੁਤ ਨਵਜੋਤ ਸਿੰਘ ਸਿੱਧੂ ਨਿੱਜੀ ਤੌਰ ਤੇ ਨਾ ਚਰਨਜੀਤ ਚੰਨੀ ਉਹਨਾਂ ਤੇ ਸਵਾਲ ਚੱਕਦੇ ਨੇ। ਉਹਨਾਂ ਦੀ ਗੱਲ ਤਾਂ ਸਿਰਫ ਇਹ ਹੈ ਕਿ ਸਿਸਟਮ ਇਹ ਚੀਜ਼ਾਂ ਨੂੰ ਡਿਲੀਵਰ ਕਿਉਂ ਨਹੀਂ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਸੀਂ ਵਾਅਦੇ ਕੀਤੇ ਸੀ। ਸੋ ਇਸ ਕਰਕੇ ਜਿਹੜੀ ਕੱਲ ਦੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹ ਲੋਕ ਹਿੱਤ 'ਚ ਪ੍ਰੈਸ ਕਾਨਫਰੰਸ ਸੀ। ਨਵਜੋਤ ਸਿੰਘ ਸਿੱਧੂ ਦੀ ਕਮਿਟਮੈਂਟ ਸੀ ਕਿ ਉਹ ਮੁੱਦਿਆਂ ਨਾਲ ਸਮਝੌਤਾ ਕਿਸੇ ਕੀਮਤ ਤੇ ਨਹੀਂ ਕਰ ਸਕਦੇ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਦੇਹ ਨਾਲੋਂ ਵੱਧ ਇਹ ਮੁੱਦੇ ਪਿਆਰੇ ਨੇ ਕਿਉਂਕਿ ਇਹਨਾਂ ਮੁੱਦਿਆਂ 'ਚ ਹੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਤਰੱਕੀ ਦੇਖਦੇ ਆ। ਜੀ ਡੱਲਾ ਸਾਹਿਬ, ਇੱਕ ਜਿਹੜਾ ਉਹਨਾਂ ਨੇ ਸਵਾਲ ਚੱਕਿਆ ਸੀਗਾ ਕਿ ਜਿਹੜੀ ਚਾਰਜਸ਼ੀਟ ਹੈ ਉਹਦੇ ਖਿਲਾਫ CLP ਪਾਣੀ ਚਾਹੀਦੀ ਸੀ, ਭਾਵ ਕਿ ਪਟੀਸ਼ਨ ਪਾਣੀ ਚਾਹੀਦੀ ਸੀ ਤੇ ਕੇਸ ਖੁੱਲ੍ਹ ਸਕਦਾ ਸੀਗਾ। ਫਿਰ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਤੋਂ ਲੱਗਦਾ ਕਿ ਸਰਕਾਰ ਨੇ ਜਾਂ ਤਾਂ ਜਾਣਬੁੱਝ ਕੇ ਢਿੱਲ ਕੀਤੀ ਜਾਂ ਉਹਨਾਂ ਤੋਂ ਕਿਸੇ ਗਲਤੀ ਨਾਲ ਢਿੱਲ ਹੋ ਗਈ, ਤੇ ਕਿਤੇ ਨਾ ਕਿਤੇ ਆਪਣੇ ਆਪ 'ਚ ਸਵਾਲ ਹੈ। ਹੁਣ ਇਹਦੇ 'ਚ ਤੁਸੀਂ ਕੀ ਦੇਖਦੇ ਹੋ ਕਿ ਅੱਗੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਿੱਦਾਂ ਰੁਖ ਰੱਖਣਾ ਚਾਹੀਦਾ ਹੈ, ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ ਔਰ ਇਨਸਾਫ ਵੀ ਦਿਵਾਉਣਾ ਹੈ। ਕਿਉਂਕਿ ਬਰਗਾੜੀ ਔਰ ਜਿਹੜਾ ਕੋਟਕਪੂਰਾ ਦਾ ਮਾਮਲਾ ਹੈਗਾ ਉਹਦੇ ਵਿੱਚ ਪੰਜਾਬ ਵਿਧਾਨ ਸਭਾ 2017 ਜਦੋਂ ਚੋਣਾਂ ਹੋਣੀਆਂ ਸੀ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਇਸ ਮਾਮਲੇ ਦੇ ਗੁਰੂ ਦੇ ਮਾਮਲੇ ਦੇ ਜਿਹੜਾ ਕੰਮ ਹੋਇਆ, ਗਲਤ ਕੰਮ ਹੋਇਆ, ਉਸ ਵਿੱਚ ਇਨਸਾਫ ਦਿਵਾਵਾਂਗੇ। ਲੇਕਿਨ ਉਹ 4.5 ਸਾਲ ਬਤਾ ਕੇ ਆਪਣੀ ਸੀਟ ਛੱਡ ਕੇ ਚਲੇ ਗਏ। ਤਾਂ ਹੁਣ ਚੰਨੀ ਸਾਹਿਬ ਕੋਲ ਹੀ ਸਮਾਂ ਥੋੜਾ, ਤਾਂ ਜ਼ਾਹਿਰ ਹੈ ਕਿ ਕਿਤੇ ਨਾ ਕਿਤੇ ਸਿੱਧੂ ਸਾਹਿਬ ਦੀ ਗੱਲ ਸਹੀ ਹੈ ਕਿ ਵੀ ਇਸ ਮਾਮਲੇ 'ਚ ਇਨਸਾਫ ਦੇਣਾ ਚਾਹੀਦਾ ਸੀਗਾ। ਹੁਣ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਸਵਾਲ ਚੱਕੇ ਹੈ ਉਸ ਤੋਂ ਬਾਅਦ ਹੁਣ ਚੰਨੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਾਂ ਕੀ ਕਰ ਦੇਣਾ ਚਾਹੀਦਾ? ਦੇਖੋ, ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਲਈ ਤਾਂ ਸਭ ਤੋਂ ਪਹਿਲਾਂ ਲਾਜ਼ਮੀ ਹੈ ਕਿ ਪੰਜਾਬ ਦਾ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ ਉਹਦੇ ਵਿੱਚ ਜਿਹੜਾ ਉਹਨਾਂ ਦੀ ਕੰਮਕਾਜ ਹੈ ਉਹਦੇ ਵਿੱਚ ਤੇਜ਼ੀ ਆਵੇ ਔਰ ਜਿਹੜੇ ਐਡਵੋਕੇਟ ਜਨਰਲ ਨੇ ਜਾਂ ਹੋਰ ਐਡਵੋਕੇਟ ਜਨਰਲ ਦੀ ਜਿਹੜੀ ਟੀਮ ਹੈ ਉਹਨਾਂ ਸਾਰਿਆਂ ਦੇ ਨਾਲ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਮੀਟਿੰਗਾਂ ਕਰਨ। ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕੀਤੀ ਜਾਵੇ ਕਿ ਬਹੁਤ ਤੇਜ਼ੀ ਦੇ ਨਾਲ ਇਹਨਾਂ ਕੇਸਾਂ ਦੇ ਵਿੱਚ ਨਿਬੜਿਆ ਜਾਵੇ ਤਾਂ ਕਿ ਇਹ ਜਿਹੜੇ ਮਸਲੇ ਨੇ ਇਹ ਹੱਲ ਹੋਣ। ਜਿਹੜੇ ਜਾਂਚ ਅਧੀਨ ਨੇ ਉਹਨਾਂ ਦੀ ਜਾਂਚ ਮੁਕੰਮਲ ਹੋਵੇ ਔਰ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਬਿਲਕੁਲ ਇਹ ਗੱਲ ਪੁੱਛੀ ਜਾਣੀ ਚਾਹੀਦੀ ਹੈ ਕਿ ਐਡਵੋਕੇਟ ਦਾ ਜਨਰਲ ਇਹਨਾਂ ਵੱਡੇ ਮਾਮਲਿਆਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਰੂਪ ਡਿਲੀਵਰ ਕਿਉਂ ਨਹੀਂ ਕਰ ਸਕਿਆ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਜਿਹੜੇ ਸਾਬਕਾ
ਆਈਜੀ ਸੀ ਕੁੰਵਰ ਵਿਜੇ ਪ੍ਰਤਾਪ, ਜਿਹੜੇ ਕਿ ਜਿਨ੍ਹਾਂ ਨੇ ਰਿਟਾਇਰ ਆਪਣੇ ਆਪ ਦਾ ਅਸਤੀਫਾ ਦਿੱਤਾ ਤੇ ਉਹ ਆਮ ਆਦਮੀ ਪਾਰਟੀ 'ਚ ਚਲੇ ਗਏ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕਈ ਵਾਰੀ ਸਵਾਲ ਖੜੇ ਕੀਤੇ ਸੀ ਕਿ ਪੰਜਾਬ ਦਾ ਐਡਵੋਕੇਟ ਜਨਰਲ ਦਾ ਜਿਹੜਾ ਦਫ਼ਤਰ ਹੈ ਉਹ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਨਹੀਂ ਲੈ ਰਿਹਾ। ਕਈ ਵਾਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਸਵਾਲ ਖੜੇ ਕੀਤੇ ਸੀ, ਔਰ ਹੁਣ ਜਦੋਂ ਇਹਨਾਂ ਮਾਮਲਿਆਂ ਦੇ ਵਿੱਚ ਪ੍ਰਗਤੀ ਸਾਨੂੰ ਬਹੁਤ ਤੇਜ਼ੀ ਦੇ ਨਾਲ ਨਹੀਂ ਮਿਲ ਰਹੀ, ਕਿਤੇ ਨਾ ਕਿਤੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਜਿਹੜੇ ਇਲਜ਼ਾਮ ਨੇ ਉਹ ਸਾਨੂੰ ਸਾਰਿਆਂ ਨੂੰ ਹੀ ਯਾਦ ਆ ਰਹੇ ਨੇ। ਸੋ ਇਸ ਕਰਕੇ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਨਾਲ ਆਪਣਾ ਤਾਲਮੇਲ ਵਧਾਉਣ, ਤਾਂ ਕਿ ਜਿਹੜੇ ਮਾਮਲਿਆਂ ਦੇ ਵਿੱਚ ਜਾਂਚ ਪਿੱਛੇ ਪਈ ਹੋਈ ਹੈ ਉਹ ਜਾਂਚ ਤੇਜ਼ੀ ਦੇ ਨਾਲ ਅੱਗੇ ਵਧੇ, ਔਰ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਇਨਸਾਫ ਦਾ, ਉਸ ਦਿਸ਼ਾ ਦੇ ਵਿੱਚ ਗੱਲ ਅੱਗੇ ਤੁਰ ਸਕੇ ਔਰ ਬੜੀ ਤੇਜ਼ੀ ਨਾਲ ਤੁਰ ਸਕੇ। ਜੀ ਡੱਲਾ ਸਾਹਿਬ, ਕੱਲ ਨਵਜੋਤ ਸਿੰਘ ਸਿੱਧੂ ਔਰ ਚੰਨੀ ਸਾਹਿਬ ਔਰ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਹਰੀਸ਼ ਚੌਧਰੀ ਜੀ, ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸ਼ਾਮ ਨੂੰ ਮੀਟਿੰਗ ਵੀ ਹੋਈ ਹੈ। ਉਸ ਮੀਟਿੰਗ 'ਚ ਤੁਸੀਂ ਵੀ ਸੀਗੇ, ਕੀ ਲੱਗਦਾ ਕਿ ਕੀ ਕਿਸ ਬਾਰੇ ਗੱਲ ਹੋਈ ਸਾਰੇ ਇਸ ਮਸਲੇ ਨੂੰ ਲੈ ਕੇ? ਦੇਖੋ, ਉਹ ਜਿਹੜੀ ਮੀਟਿੰਗ ਸੀ ਉਹ ਇੱਕ ਸਧਾਰਨ ਮੀਟਿੰਗ ਸੀ ਜਿਸ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਪੰਜਾਬ ਮਾਮਲਿਆਂ ਦੇ ਜਿਹੜੇ ਇੰਚਾਰਜ ਨੇ AICC ਵੱਲੋਂ ਹਰੀਸ਼ ਚੌਧਰੀ ਜੀ, ਉਹ ਸਾਰੇ ਲੋਕ ਮੀਟਿੰਗ ਦੇ ਵਿੱਚ ਮੌਜੂਦ ਸੀ। ਪ੍ਰਗਟ ਸਿੰਘ ਵੀ ਇਸ ਮੀਟਿੰਗ 'ਚ ਮੌਜੂਦ ਸੀ। ਇਸ ਮੀਟਿੰਗ ਦੇ ਵਿੱਚ ਪਾਰਟੀ ਦੇ ਜਿਹੜੇ ਅੰਦਰੂਨੀ ਵਿਸ਼ੇ ਨੇ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ। ਇਹਨਾਂ ਦੇ ਵਿੱਚ ਸਿੱਧੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਸੰਗਠਨ ਦਾ ਗਠਨ ਹੋਣਾ, ਸੰਗਠਨ ਦੇ ਗਠਨ ਨੂੰ ਲੈ ਕੇ ਚਰਚਾ ਕੀਤੀ ਗਈ, ਔਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ-ਕਿਹੜੇ ਕੇਂਦਰ ਬਿੰਦੂ ਕਾਂਗਰਸ ਪਾਰਟੀ ਚਾਹੁੰਦੀ ਹੈ ਉਹਨਾਂ ਕੇਂਦਰ ਬਿੰਦੂਆਂ ਦੇ ਉੱਤੇ ਗੱਲ ਕੀਤੀ ਗਈ। ਸਿੱਖਿਆ ਦੇ ਖੇਤਰ 'ਚ ਪ੍ਰਗਟ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ, ਕਿਉਂਕਿ ਬਹੁਤ ਸਾਰੇ ਪੰਜਾਬ 'ਚ ਸਿੱਖਿਆ ਖੇਤਰ ਨਾਲ ਜੁੜੇ ਹੋਏ ਮਸਲੇ ਨੇ ਜਿਹੜੇ ਹਜੇ ਤੱਕ ਲਟਕੇ ਪਏ ਨੇ। ਸੋ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਉਹ ਗੱਲਬਾਤ ਹੋਈ ਹੈ ਔਰ ਬੜੇ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ। ਔਰ ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ, ਹਰੀਸ਼ ਚੌਧਰੀ ਔਰ ਪ੍ਰਗਟ ਸਿੰਘ, ਇਹ ਚਾਰੇ ਲੀਡਰ ਨੇ ਜਿਹੜੇ ਉਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ। ਇਹ ਸਵਾਲ ਹੈ, ਇਹ ਮੈਂ ਨਹੀਂ ਕਰਦਾ। ਜਾਓ 12,000 ਪਿੰਡਾਂ ਦੇ ਵਿੱਚ ਪਤਾ ਕਰੋ, ਸੱਥਾਂ 'ਚ ਦੇਖੋ ਕੀ ਸਵਾਲ ਹੁੰਦਾ। ਇੱਕ ਨੇ ਕਲੀਨ ਚਿੱਟ ਦਿੱਤੀ ਹੈ ਤੇ ਦੂਜਾ ਬਲੈਂਕਟ ਬਿੱਲ ਦੇਈ ਫਿਰਦਾ। ਤੇ ਇਨਵੈਸਟੀਗੇਸ਼ਨ ਪੂਰੀ ਕਰਕੇ ਦਿਖਾਓ ਉਹਦੇ ਬਿਨਾਂ। ਮੈਂ ਕਿਹਾ ਸੀ ਉਹੀ ਕੜੀ ਹੈ, ਤੁਸੀਂ ਜੋ ਮਰਜ਼ੀ ਬੋਲੀ ਜੋ। ਬਾਕੀ ਜਦੋਂ ਵਿਰੋਧ ਵੀ ਹੁੰਦੇ ਸੀ, ਜਦੋਂ 40 ਵਿਧਾਇਕ ਵੀ ਖੜਦੇ ਸੀ, ਉਹ ਕੀ ਕਹਿੰਦੇ ਸੀ ਵੀ ਸੁਮੇਧ ਸੈਣੀ ਦੇ ਘਰੇ ਡਾਂਗਾ ਮਾਰ ਕੇ ਆ ਗਏ। ਕੌਣ ਕਹਿੰਦਾ ਸੀ? ਪੁੱਛੋ। ਤੇ ਹੁਣ ਕੀ ਹੋ ਗਿਆ? ਉਦੋਂ ਵੀ ਸਵਾਲ ਕਰਦਾ ਸੀ ਸਿੱਧੂ ਗੁਰੂ ਖਾਤਰ। ਉਦੋਂ ਵੀ ਕਹਿੰਦਾ ਸੀ ਸਿੱਧੂ ਵੀ ਗੁਰੂ ਦਾ ਲੜ ਨਹੀਂ ਛੱਡੂ, ਭਾਵੇਂ MPਗਿਰੀ ਹੋਵੇ, ਭਾਵੇਂ ਮਿਨਿਸਟਰੀਆਂ ਹੋਣ, ਭਾਵੇਂ ਬਠਿੰਡੇ 'ਚ ਖੜ ਕੇ ਸਟੇਜ ਦੇ ਉੱਤੇ ਪੁੱਛਿਆ ਹੋਵੇ, ਭਾਵੇਂ ਮਹਿਕਮੇ ਬਦਲੇ ਗਏ ਹੋਣ, ਕੋਈ ਸਮਝੌਤਾ ਨਹੀਂ ਸੀ ਸਿੱਧੂ ਦਾ। ਉਦੋਂ ਵੀ ਕਰਦਾ ਸੀ। ਤੇ ਜਦੋਂ 2-3 ਮਹੀਨੇ ਪਹਿਲਾਂ ਹਰ ਪਾਸਿਓਂ ਸੁਗਬੁਗਾਹਟ ਹੋਈ ਸੀ ਤੇ ਹਰ ਧਰਮ, ਹਰ ਵਰਗ ਦਾ ਬੰਦਾ ਬਾਬਾ ਜੀ ਤੋਂ ਸੇਧ ਨਹੀਂ ਲੈਂਦਾ, ਮੇਰੇ ਗੁਰੂ ਤੋਂ ਸੇਧ ਨਹੀਂ ਲੈਂਦਾ, ਤੇ ਖੜਾ ਮੈਂ ਕਹਿੰਦਾ ਠੋਕ ਕੇ ਤਾਰੀਫ ਕਰਦਾ। ਪੈਟਰੋਲ ਡੀਜ਼ਲ ਕਿਹਾ ਸੀ ਵੀ ਨੀਵਾਂ ਹੋਣਾ ਚਾਹੀਦਾ, ਨੀਵਾਂ ਹੋਇਆ, ਪਰ ਕੀ ਅਸੀਂ ਇਹਨੂੰ 5 ਸਾਲ ਲਈ ਸਸਟੇਨ ਕਰਾਂਗੇ? ਸਰਕਾਰ 'ਚ ਪੈਸੇ ਆਉਣ ਦੇ ਸਾਧਨ ਬਣਾਵਾਂਗੇ। ਜੇ ਸਰਪਲਸ ਪੈਸੇ ਹੋਣ, ਮੈਂ ਤੁਹਾਨੂੰ ਗਾਰੰਟੀ ਦਿੰਦਾ 1000 ਤੋਂ 1,500 ਕਰੋੜ ਨਾਲ ਸਾਰੀ ਐਜੂਕੇਸ਼ਨ ਦੇ ਪ੍ਰੋਬਲਮਾਂ ਸੋਲਵ ਹੁੰਦੀਆਂ ਨੇ। ਜਿੰਨੇ ਫਿਰਦੇ ਆਏ ਮੇਰੇ ਭਰਾ ਸਭ ਸੋਲਵ। ਕਿਉਂ ਨਹੀਂ ਹੋਇਆ? ਅੱਜ ਪਿੱਠ ਦਿਖਾਈ ਲੋਕਾਂ ਨੂੰ, ਰਾਤੀ ਸੌਂ ਨਹੀਂ ਸਕੂਗਾ, ਨਹੀਂ ਦਿਖਾ ਸਕਦਾ। ਇਹਦਾ ਮਤਲਬ ਬਲੈਂਕਟ ਬੇਲ ਟੁੱਟਣੀ ਨਹੀਂ, ਪੰਜਾਬ ਦੇ ਲਾਅ ਐਂਡ ਆਰਡਰ, ਇਹ ਦੋ ਮਸਲੇ
ਇਹ ਲਾਅ ਐਂਡ ਆਰਡਰ ਦੇ ਨੇ। ਇੱਥੇ ਪੋਲੀਟੀਕਲ ਵਿਲ ਚਾਹੀਦੀ ਹੈ, ਪਰਦਾਫਾਸ਼ ਕਰਨ ਦੀ ਜੁੱਤ ਚਾਹੀਦੀ ਹੈ। ਤੁਸੀਂ ਇਨਸਾਫ ਦੇਣਾ ਸੀ ਜਾਂ ਤੁਸੀਂ ਢਾਲ ਬਣ ਕੇ ਦੋਸ਼ੀਆਂ ਨਾਲ ਖੜਨਾ ਸੀ? ਆ ਕੋਈ ਜਵਾਬ ਇਹ ਕੋਈ ਲੁਕੀ ਨਹੀਂ ਗੱਲ। ਜੇ ਲੁਕੀ ਹੋਵੇ ਤਾਂ ਗੱਲ ਮੈਂ ਸਮਝ ਸਕਦਾ। ਇਹ ਪਿੰਡ ਪਿੰਡ ਦੀ ਗੱਲ ਹੈ, ਸੱਥਾਂ ਦੀ ਗੱਲ ਹੈ। ਇੱਕ ਇੱਕ ਬੰਦੇ ਨੂੰ ਸਮਝ ਆਇਆ ਇਸ ਗੱਲ ਦੀ। ਹੁਣ ਇਸੇ ਕਰਕੇ ਮੈਂ ਕਿਹਾ ਕਿ ਆਈ ਆਸਕ ਫॉर ਮੋਰਲ ਅਥਾਰਟੀ। ਸੱਚ ਦੀ ਰਾਹ, ਬਾਬੇ ਦਾ ਫਲਸਫਾ ਅੱਜ ਦਾ ਨਹੀਂ ਕਹਿਣਾ ਮੈਂ, ਪਹਿਲਾਂ ਤੋਂ ਕਹਿਣਾ। ਜੇ ਨਫੇ ਨੁਕਸਾਨ ਸੋਚਣੇ ਹੁੰਦੇ ਬਹੁਤ ਕੁਝ ਕਰਦੇ ਫਿਰ ਤੇ ਅਸੀਂ ਵੀ ਉਸੇ ਧਾਰਾ ਚ ਆ ਜਾਂਦੇ। ਸੋ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇਖੀ ਔਰ ਸੁਣੀ। ਟੱਲਾ ਸਾਹਿਬ, ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਦੇਰ ਸ਼ਾਮ ਕੱਲ ਵਿਕਰਮ ਮਜੀਠੀਆ ਹਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਕਾਂਗਰਸ ਸਰਕਾਰ ਨੂੰ ਘੇਰਿਆ, ਜਿਹਦੇ ਵਿੱਚ ਚੰਨੀ ਸਾਹਿਬ ਤੇ ਆਰੋਪ ਲਾਏ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਹੋਮ ਮਿਨਿਸਟਰ ਨੇ ਰੰਧਾਵਾ ਸਾਹਿਬ, ਉਹਨਾਂ ਤੇ ਆਰੋਪ ਲਾਇਆ ਕਿ ਉਹਨਾਂ ਨੇ ਘਰ ਘਰ ਜਿਹੜੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ, ਨਵੇਂ ਬੇਰੁਜ਼ਗਾਰ ਮੁੰਡਿਆਂ ਨੂੰ ਜਿਹੜੀ ਨੌਕਰੀ ਦੇਣ ਦੀ ਗੱਲ ਕੀਤੀ ਸੀ, ਉਹ ਤਾਂ ਦਿੱਤੀ ਨਹੀਂ, ਆਪਣੇ ਜਵਾਈ ਨੂੰ ਏਜੀ ਲਾਤਾ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਆਪਣਾ ਹੀ ਫਾਇਦਾ ਕਰ ਰਹੀ ਹੈ, ਜਨਤਾ ਦਾ ਕੋਈ ਫਾਇਦਾ ਨਹੀਂ ਕਰ ਰਹੀ, ਕਿਉਂਕਿ ਇਹ ਕਾਂਗਰਸ ਦੀ ਹਮੇਸ਼ਾ ਇਹੀ ਆਦਤਾਂ ਰਹੀਆਂ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਮੇਰਾ ਇਹ ਮੰਨਣਾ ਹੈ ਕਿ ਜਿਹੜੇ ਵੱਖ-ਵੱਖ ਜਿਹੜੇ ਲੀਡਰ ਨੇ ਉਹ ਲਗਾਤਾਰ ਜਿਹੜੀ ਇਸ ਨਵੀਂ ਨਿਯੁਕਤੀ ਦੇ ਉੱਤੇ ਸਵਾਲ ਜਿਹੜੇ ਨੇ ਚੱਕ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਵੀ ਇਹ ਜਿਹੜੀ ਗੱਲ ਹੈ ਚੱਕੀ ਗਈ ਹੈ। ਮੈਂ ਰਾਘਵ ਚੱਡਾ ਉਹਨਾਂ ਦਾ ਟਵੀਟ ਪੜ੍ਹਿਆ, ਮੈਂ ਦਿਨੇਸ਼ ਚੱਡਾ ਉਹਨਾਂ ਦਾ ਟਵੀਟ ਪੜ੍ਹਿਆ, ਜਿਹੜੇ ਖੁਦ ਵਕੀਲ ਨੇ। ਸੋ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਇਹ ਸਵਾਲ ਚੱਕੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰ ਪੰਜਾਬ ਦੀ ਸਰਕਾਰ ਨੂੰ ਇਸ ਤਰੀਕੇ ਦੀਆਂ ਨਿਯੁਕਤੀਆਂ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਣੀ ਹੈ। ਹਰ ਗੱਲ ਅੱਜ ਦੇ ਸਮੇਂ 'ਚ ਲੋਕਾਂ ਦੇ ਵਿੱਚ ਜਾਣੀ ਹੈ। ਔਰ ਜ਼ਰੂਰੀ ਤਾਂ ਇਹ ਹੈ ਕਿ ਪੰਜਾਬ 'ਚ ਜਿਹੜੇ ਸਾਡੇ ਬੇਰੁਜ਼ਗਾਰ ਨੇ, ਪੰਜਾਬ 'ਚ ਜਿਹੜੇ ਸਾਡੇ ਹੋਰ ਜਿਹੜੇ ਵਕੀਲ ਭਾਈਚਾਰੇ ਦੇ ਸਾਡੇ ਸਾਥੀ ਨੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਾਂਗਰਸ 'ਚ ਨਹੀਂ ਨੇ, ਜਾਂ ਜਿਹੜੇ ਲੰਮੇ ਸਮੇਂ ਤੋਂ ਹੋਰ ਪਰਿਵਾਰ ਨੇ ਕਾਂਗਰਸ 'ਚ ਨੇ ਪਰ ਕਦੀ ਸੱਤਾ 'ਚ ਨਹੀਂ ਰਹੇ, ਸੋ ਉਹਨਾਂ ਪਰਿਵਾਰਾਂ ਦੇ ਵਿੱਚ ਇਹ ਨੁਮਾਇੰਦਗੀ ਦਿੱਤੀ ਜਾਵੇ ਤਾਂ ਬੜੀ ਚੰਗੀ ਗੱਲ ਹੈ। ਔਰ ਕਈ ਸਾਡੇ ਸਿਆਸੀ ਲੀਡਰ ਨੇ ਜਿਹੜੇ ਉਹ ਰਿਸ਼ਤੇਦਾਰੀਆਂ ਪਗਾਉਣ ਵਾਲੇ ਪਾਸੇ ਜਾ ਰਹੇ ਨੇ ਪਿਛਲੇ ਸਮੇਂ 'ਚ। ਪਿੱਛੇ ਜੇ ਅਸੀਂ ਦੇਖਿਆ ਇੱਕ ਮੰਤਰੀ ਨੇ ਵੀ ਆਪਣੇ ਜਵਾਈ ਨੂੰ ਨੌਕਰੀ 'ਚ ਐਡਜਸਟ ਕੀਤਾ, ਇੱਕ ਵਿਧਾਇਕ ਸੀ ਉਹਨਾਂ ਦਾ ਪੁੱਤ ਵੀ ਨੌਕਰੀ 'ਚ ਐਡਜਸਟ ਹੋਇਆ, ਇੱਕ ਵਿਧਾਇਕ ਨੇ ਹਾਲਾਂਕਿ ਇਨਕਾਰ ਕਰ ਦਿੱਤਾ। ਪਰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਪਹਿਲਾਂ ਉਹਨਾਂ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਭਾਵੇਂ ਉਹ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਭਾਵੇਂ ਪੰਜਾਬ 'ਚ ਕਿਸੇ ਕਾਰਪੋਰੇਸ਼ਨ ਦਾ ਦਫ਼ਤਰ ਹੈ। ਉਹਨਾਂ ਲੋਕਾਂ ਨੂੰ ਪਹਿਲਾਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਪਰਿਵਾਰ ਸਧਾਰਨ ਨੇ ਔਰ ਜਿਹੜੇ ਲੋਕ ਇਹਨਾਂ ਨੌਕਰੀਆਂ ਦੇ ਅਸਲ ਹੱਕਦਾਰ ਨੇ। ਸੋ ਇਸ ਕਰਕੇ ਜਾਣ-ਬੁੱਝ ਕੇ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਪੈਦਾ ਨਾ ਹੋਏ, ਇਸ ਦਿਸ਼ਾ 'ਚ ਪੰਜਾਬ 'ਚ ਕਾਂਗਰਸ ਦੇ ਲੀਡਰਾਂ ਨੂੰ ਸੋਚਣ ਦੀ ਲੋੜ ਹੈ। ਔਰ ਜਿਹੜੀ ਇਹ ਨਿਯੁਕਤੀ ਹੋਈ ਹੈ, ਵੱਖ-ਵੱਖ ਪਾਰਟੀਆਂ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ, ਉਹਨਾਂ ਨੇ ਇਹਦੇ ਤੇ ਆਪਣਾ ਪੱਖ ਰੱਖਿਆ ਔਰ ਵਿਰੋਧ ਇਹਦਾ ਜਤਾਇਆ। ਸਧਾਰਨ ਤੁਹਾਡੇ ਸਾਰਿਆਂ ਨਾਲ ਫਾਰਮ ਨਹੀਂ ਭਰੇ ਸੀ ਇਹਨਾਂ ਨੇ। ਜਿਨ੍ਹਾਂ ਨੇ ਫਾਰਮ ਭਰੇ ਉਹ ਵਿਹਲੇ, ਤੇ ਜਿਹੜੇ ਇਹ VIP ਕੋਟਾ ਅੰਦਰ, ਚਾਹੇ ਉਹ ਬੇਅੰਤ ਸਿੰਘ ਦਾ ਪਰਿਵਾਰ ਹੈ, ਤੁਸੀਂ ਵੇਖੋ ਇੱਕ ਮੰਤਰੀ ਆ ਉਹਨਾਂ ਦਾ ਲੜਕਾ, ਇੱਕ ਉਹਨਾਂ ਦਾ ਲੜਕਾ ਮੈਂਬਰ ਪਾਰਲੀਮੈਂਟ ਹੈ, ਤੇ ਤੀਜੇ ਨੂੰ ਕੁਆਲੀਫਿਕੇਸ਼ਨ ਪਾਸੇ ਰੱਖਦਿਆਂ ਹੋਇਆਂ ਉਹਨੂੰ ਚੱਕ ਕੇ ਬਣਾਤਾ DSP। ਇਸੇ ਤਰ੍ਹਾਂ ਇਹਨਾਂ ਦੇ ਪਹਿਲਾਂ ਵੀ 6-7 ਵਾਰੀ MLA ਵੀ ਰਹਿ ਚੁੱਕੇ ਆ, ਵਜ਼ੀਰ ਵੀ ਰਹਿ ਚੁੱਕੇ ਆ। ਉਹਨਾਂ ਦੇ ਨਿਆਣੇ ਨੂੰ ਬਣਾਤਾ ਇਹਨਾਂ ਨੇ ਤਹਿਸੀਲਦਾਰ, ਆਪਣੇ ਪਾਂਡੇ ਜੀ। ਇਸੇ ਤਰ੍ਹਾਂ ਇਹਨਾਂ ਨੇ ਇਹਨਾਂ ਦੇ ਕਾਂਗੜ ਸਾਹਿਬ ਹੁਣ ਭਾਵੇਂ ਵਜ਼ੀਰੀ ਤੋਂ ਲੱਥ ਗਏ ਆ, ਮਗਰ ਉਹ ਵੀ MLA ਬਣੇ ਆ ਕਈ ਵਾਰੀ। ਉਹਨਾਂ ਦੇ ਮੁੰਡੇ ਨੂੰ ਇਹਨਾਂ ਨੇ ਦੇਤੀ ਫਿਰ ਇਹ ਜੀ ਪੋਸਟ ਤਹਿਸੀਲਦਾਰੀ ਦੀ ਜਾਂ ਕਿਹੜੀ ਸਬ ਇੰਸਪੈਕਟਰ ਦੀ, ਕਿਤੇ ਐਕਸਾਈ 'ਚ। ਔਰ ਅੱਜ ਵੇਖੋ ਸਪੈਸ਼ਲ ਕੰਸੀਡਰੇਸ਼ਨ AG ਅਪਾਇੰਟਮੈਂਟ ਜੇ ਹੋਈ ਹੈ ਤੇ ਉਹਦੇ 'ਚ ਸਪੈਸ਼ਲ ਨਾਂ ਫਿਰ ਰੰਧਾਵਾ ਸਾਹਿਬ ਦੇ ਜਵਾਈ ਸਾਹਿਬ ਦਾ ਆਇਆ। ਔਰ ਮੈਨੂੰ ਜੋ ਕਿਸੇ ਨੇ ਭੇਜਿਆ ਅਜਿਹੇ ਕਿ ਜੇ ਇੱਕ ਨਵਾਂ ਇਹਨਾਂ ਨੇ 17 'ਚ ਇੱਕ ਐਕਟ ਬਣਾਇਆ ਸੀ
ਉਹ ਐਕਟ ਕੀ ਕਹਿੰਦਾ ਇਹਨਾਂ ਦਾ ਕਿ 16 ਸਾਲ ਦੀ ਪ੍ਰੈਕਟਿਸ ਮਸਟ ਹੋਣੀ ਚਾਹੀਦੀ ਬਿਫੋਰ ਯੂ ਕੈਨ ਬੀ ਅਪਾਇੰਟਡ ਐਜ਼ ਐਡੀਸ਼ਨਲ ਏਜੀ। ਕਿ ਹੋਮ ਮਿਨਿਸਟਰ ਦੇ ਜਵਾਈ ਸਾਹਿਬ ਨੇ, ਹੋਰ ਤਾਂ ਕੁਛ ਨਹੀਂ ਹੈ। ਤੇ ਇਸ ਲਈ ਉਹਨਾਂ ਨੂੰ ਵਧਾਈ ਆ ਭਾਈ, ਪੰਜਾਬ ਦੇ ਲੋਕਾਂ ਨੂੰ ਵਿਹਲਾ ਕਰਤਾ, ਪੰਜਾਬ ਦੇ ਨੌਜਵਾਨਾਂ ਲਈ ਖਜ਼ਾਨਾ ਖਾਲੀ, ਤੇ ਇਹਨਾਂ ਲਈ 2-2 ਲੱਖ ਦੀ ਤਨਖਾਹ ਮਿਲੂ, ਏਜੀ ਦੇ ਦਫ਼ਤਰ 'ਚ ਇਹਨਾਂ ਨੂੰ ਹਰ ਤਰੀਕੇ ਦੀ ਸਹੂਲਤ ਮਿਲੂ ਇਹਨਾਂ ਵੇਲੇ। ਜੀ ਡੱਲਾ ਸਾਹਿਬ, ਉਧਰ ਸੁਖਬੀਰ ਬਾਦਲ ਹੋਰਾਂ ਨੇ ਵੀ ਕਾਂਗਰਸ ਦੀ ਜੰਮ ਕੇ ਖਿਚਾਈ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਾਂਗਰਸ ਦਾ ਕਲੇਸ਼ ਛੱਡਿਆ ਕਿ ਉਹਨਾਂ ਨੂੰ ਜਨਤਾ ਦਾ ਵਿਕਾਸ ਦਾ ਕੋਈ ਧਿਆਨ ਨਹੀਂ ਹੈ, ਔਰ ਜਿਹੜੇ ਘਰ ਦੇ ਵਿੱਚ ਕਲੇਸ਼ ਪਿਆ ਹੋਵੇ ਉਹ ਉੱਥੇ ਕਦੇ ਬਰਕਤ ਨਹੀਂ ਪੈਂਦੀ। ਕਿਸ ਤਰ੍ਹਾਂ ਸੋਚਦੇ ਹੋ ਤੁਸੀਂ ਇਸ ਬਾਰੇ? ਇਹ ਦੇਖੋ, ਸੁਖਬੀਰ ਸਿੰਘ ਬਾਦਲ ਲਗਾਤਾਰ 10 ਸਾਲ ਸੱਤਾ ਦੇ ਵਿੱਚ ਰਹੇ ਨੇ, ਹੁਣ ਸੱਤਾ ਚੋਂ ਬਾਹਰ ਨੇ। ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਕੋਲੇ ਦੇਖੋ ਸਮਾਂ। ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਸਾਨੂੰ ਫੁੱਟਬਾਲ ਖੇਡਦੇ ਵੀ ਨਜ਼ਰ ਆ ਰਹੇ ਸੀ। ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਸਾਨੂੰ ਲੋਕਾਂ 'ਚ ਵਿਚਰਦੇ ਵੀ ਨਜ਼ਰ ਆ ਰਹੇ ਸੀ। ਪਰ ਜਦੋਂ 10 ਸਾਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ, ਉਦੋਂ ਲਗਾਤਾਰ ਇਲਜ਼ਾਮ ਲੱਗਦੇ ਸੀ ਰੇਤ ਮਾਫੀਆ ਦੇ, ਮਾਈਨਿੰਗ ਮਾਫੀਆ ਦੇ, ਸ਼ਰਾਬ ਮਾਫੀਆ ਦੇ। ਔਰ ਉਦੋਂ ਸੁਖਬੀਰ ਸਿੰਘ ਬਾਦਲ ਨਾ ਤਾਂ ਮਾਈਨਿੰਗ ਤੇ ਅਜਿਹੀ ਪਾਲਿਸੀ ਬਣਾ ਸਕੇ ਜਿਹਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਰੇਤੇ ਦਾ ਪੈਸਾ ਆਵੇ, ਨਾ ਐਕਸਾਈਜ਼ ਦੀ ਕੋਈ ਅਜਿਹੀ ਪਾਲਿਸੀ ਬਣਾ ਸਕੇ ਜਿਹਦੇ ਨਾਲ ਪੰਜਾਬ ਸਰਪਲਸ ਸਟੇਟ ਜਾਵੇ। ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਕੋਈ ਬਹੁਤੀ ਪ੍ਰਾਪਤੀ ਨਹੀਂ ਕਰ ਸਕੇ। ਔਰ ਹੁਣ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਕਦੀ ਇਹ ਐਲਾਨ ਨਹੀਂ ਕੀਤਾ ਗਿਆ ਕਿ ਅਗਰ ਉਹਨਾਂ ਦੀ ਸਰਕਾਰ ਆਈ ਤਾਂ ਉਹ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣਗੇ, ਉਹ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣਗੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਿਆਨਾਂ ਦੀ ਜਿਹੜੀ ਸਿਆਸੀ ਗੰਭੀਰਤਾ ਹੈ ਉਹ ਓਨੀ ਨਹੀਂ ਹੈ ਜਿੰਨੀ ਹੋ ਸਕਦੀ ਸੀ ਅਗਰ ਉਹਨਾਂ ਨੇ ਪਿਛਲੇ 10 ਸਾਲਾਂ 'ਚ ਡਿਲੀਵਰ ਕੀਤਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਪੋਲੀਟੀਕਲ ਬਿਆਨ ਸੁਖਬੀਰ ਸਿੰਘ ਬਾਦਲ ਵੀ ਦੇ ਰਹੇ ਨੇ। ਅਕਾਲੀ ਦਲ ਤਾਂ ਆਪ ਕਿੰਨੀ ਵਾਰੀ ਟੁੱਟ ਗਿਆ। ਬ੍ਰਹਮਪੁਰਾ ਸਾਹਿਬ ਵੱਖਰੇ ਹੋ ਗਏ, ਸੇਵਾ ਸਿੰਘ ਸ਼ੇਖਵਾਂ ਵੱਖਰੇ ਹੋ ਗਏ, ਭਾਵੇਂ ਦੁਨੀਆ ਤੋਂ ਚਲੇ ਗਏ, ਰਣਜੀਤ ਸਿੰਘ ਬ੍ਰਹਮਪੁਰਾ ਵੱਖਰੇ ਹੋ ਗਏ। ਉਧਰ ਤੁਸੀਂ ਦੇਖੋ ਸੁਖਦੇਵ ਸਿੰਘ ਢੀਂਡਸਾ ਵੱਖਰੇ ਹੋ ਗਏ, ਪਰਮਿੰਦਰ ਸਿੰਘ ਢੀਂਡਸਾ ਵੱਖਰੇ ਹੋ ਗਏ। ਸੋ ਜਿਹੜੀ ਗੱਲ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ, ਸੋ ਉਹ ਅਕਾਲੀ ਦਲ ਆਪ ਇੰਨਾ ਟੁੱਟ ਗਿਆ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਗੱਲ ਜਿਹੜੀ ਕਹੀ ਜਾਂਦੀ ਹੈ ਇਹਦੀ ਕੋਈ ਬਹੁਤੀ ਜ਼ਿਆਦਾ ਗੰਭੀਰਤਾ ਜਾਂ ਸਾਰਥਿਕਤਾ ਪੋਲੀਟੀਕਲ ਤੌਰ ਦੇ ਉੱਤੇ ਨਜ਼ਰ ਨਹੀਂ ਆਉਂਦੀ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ, ਕਿਉਂਕਿ ਆਉਂਦੇ ਦਿਨਾਂ 'ਚ ਅਕਾਲੀ ਦਲ ਦੇ ਉੱਤੇ ਵੀ ਕਿਤੇ ਨਾ ਕਿਤੇ ਟਿਕਟਾਂ ਦੀ ਜਦੋਂ ਵੰਡ ਹੋ ਰਹੀ ਹੈ ਤੇ ਦੂਜੀਆਂ ਪਾਰਟੀਆਂ ਜਦੋਂ ਮੈਦਾਨ 'ਚ ਉਤਰਨਗੀਆਂ ਤੇ ਟੁੱਟ ਦਾ ਖਤਰਾ ਬਰਕਰਾਰ ਹੈ ਅਕਾਲੀ ਦਲ ਦੇ ਉੱਤੇ। ਜੀ ਡੱਲਾ ਸਾਹਿਬ, ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈਏ। ਅੱਜ ਚੀਮਾ ਸਾਹਿਬ ਨੇ, ਮਾਫ ਕਰਨਾ, ਕੱਲ੍ਹ ਚੀਮਾ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਜਦੋਂ ਸੈਸ਼ਨ ਨੂੰ ਲੈ ਕੇ ਕਿ ਸੈਸ਼ਨ 2 ਪਾਰਟ ਦੇ ਵਿੱਚ ਹੋਣਾ ਸੀਗਾ, ਇੱਕ ਸ਼ਰਧਾਂਜਲੀਆਂ ਦੇਣ ਦਾ ਤੇ ਉਸ ਤੋਂ ਬਾਅਦ BSF ਦੇ ਮੁੱਦੇ ਨੂੰ ਲੈ ਕੇ ਉੱਥੇ ਗੱਲ ਹੋਣੀ ਸੀ, ਲੇਕਿਨ ਸਰਕਾਰ ਲੋਕਾਂ ਦਾ ਵਕਤ ਖਰਾਬ ਕਰ ਰਹੀ ਹੈ ਔਰ ਸੈਸ਼ਨ ਨੂੰ ਅੱਗੇ ਵਧਾ ਦਿੱਤਾ ਹੈ। ਔਰ ਹੋ ਸਕਦਾ ਹੈ ਕਿ ਉਹ ਸੈਸ਼ਨ ਅੱਗੇ ਨਾ ਵੀ ਵਧਾਵੇ, ਇੱਦਾਂ ਦੇ ਉਹਨਾਂ ਨੇ ਆਰੋਪ ਲਾਏ ਹੈ। ਔਰ ਉਹਨਾਂ ਨੇ ਕਿਹਾ ਕਿ ਖਾਸ ਤੌਰ 'ਤੇ ਜਿਸ ਤਰੀਕੇ ਨਾਲ ਨੌਕਰੀ ਦਿੱਤੀ ਗਈ ਹੈ ਜਵਾਈ, ਜਿਹੜੇ ਆਪਣੇ ਰੰਧਾਵਾ ਸਾਹਿਬ ਦੇ ਜਵਾਈ ਨੂੰ ਜਿਸ ਤਰ੍ਹਾਂ ਐਡਜਸਟ ਕੀਤਾ ਗਿਆ AG ਦੀ ਪੋਸਟ ਲਈ, ਔਰ ਜਿਹੜੇ ਹੋਰ ਵੀ ਵਿਕਾਸ ਨਹੀਂ ਹੋ ਰਹੇ, ਉਸ ਮਸਲੇ ਤੇ ਕਾਫੀ ਘੇਰਾਬੰਦੀ ਕੀਤੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਨੂੰ ਮੈਂ ਇਹ ਕਹਿਣਾ ਚਾਹੂੰਗਾ, ਐਡਵੋਕੇਟ ਜਨਰਲ ਦੇ ਦਫ਼ਤਰ 'ਚ ਜਿਹੜੀ ਨਵੀਂ ਅਪਾਇੰਟਮੈਂਟ ਹੋਈ ਹੈ ਉਹ ਉਸ ਅਪਾਇੰਟਮੈਂਟ ਦੇ ਉੱਤੇ ਕਈ ਲੀਡਰ ਨੇ ਜਿਹੜੇ ਉਹਨਾਂ ਦੇ ਆਪਣੇ ਬਿਆਨ ਆ ਰਹੇ ਨੇ। ਇਹ ਉਹਨਾਂ ਦਾ ਆਪਣਾ ਪੱਖ ਹੈ, ਪਰ ਮੈਂ ਫਿਰ ਵੀ ਉਹੀ ਕਹਿੰਦਾ ਕਿ ਸੂਬੇ ਦੀ ਸਰਕਾਰ ਨੂੰ ਹਮੇਸ਼ਾ ਕੋਈ ਵੀ ਨਵੀਂ ਨਿਯੁਕਤੀ ਕਰਦੇ ਹੋਏ ਇਹ ਵਿਚਾਰ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਨਵੀਂ ਨਿਯੁਕਤੀ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪੋਲੀਟੀਕਲ ਕੰਟਰੋਵਰਸੀ ਤਾਂ ਨਹੀਂ ਸੂਬੇ ਦੇ ਵਿੱਚ ਪੈਦਾ ਹੁੰਦੀ। ਇਹਨਾਂ ਗੱਲਾਂ ਦਾ ਖਿਆਲ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਮਹਾਰਾਜ ਸਾਹਿਬ, ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਲੁਕਾ ਰਹੀ ਆ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਪਹਿਲਾਂ ਇੱਕ ਦਿਨ ਦਾ ਸੀ, ਵਿੱਚ 2 ਸਿਟਿੰਗਾਂ ਸੀਗੀਆਂ। ਇੱਕ ਦਿਨ ਦੇ ਵਿੱਚ 2 ਸਿਟਿੰਗਾਂ ਸੀਗੀਆਂ। ਪਹਿਲੀ ਸਿਟਿੰਗ ਕੀ ਸੀ? ਸ਼ਰਧਾਂਜਲੀਆਂ। ਦੂਜੀ ਸਿਟਿੰਗ ਕੀ ਸੀ? ਕੰਮਕਾਰ, ਜਿਹੜਾ BSF ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ। ਪਰ ਲੇਕਿਨ ਸਰਕਾਰ ਨੇ ਸੈਸ਼ਨ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਾ, ਔਰ ਸੈਸ਼ਨ ਜਿਹੜਾ ਹੈਗਾ ਕਹਿੰਦੇ ਅਸੀਂ 2 ਦਿਨ ਦਾ ਕਰਤਾ। ਜਿਹੜੀ ਇੱਕ ਦਿਨ ਦੀ ਸਿਟਿੰਗ ਸੀ ਉਹ 2 ਦਿਨ ਦੀਆਂ ਕਰਤੀਆਂ। ਇਹਦੇ ਨਾਲ ਕੀ ਹੋਊ ਪੰਜਾਬ ਦੇ ਖਜ਼ਾਨੇ ਤੇ? ਸਰਕਾਰ ਆਪ ਕਹਿੰਦੀ ਸੀ, ਸਾਬਕਾ ਮੁੱਖ ਮੰਤਰੀ ਕਹਿੰਦੇ ਹੁੰਦੇ ਸੀਗੇ ਕਿ 70 ਲੱਖ ਰੁਪਇਆ ਇੱਕ ਦਿਨ ਦਾ ਖਰਚਾ ਆਉਂਦਾ ਗਾ। ਜੋ 70 ਲੱਖ ਰੁਪਇਆ 'ਚ ਕਿੰਨਾ ਵੱਧ ਕੇ ਹੋ ਜਾਊਗਾ? 1.5 ਕਰੋੜ ਰੁਪਇਆ ਹੋ ਜੂ, ਜਿਹੜਾ ਪੰਜਾਬੀਆਂ ਤੇ ਵਜਨ ਪਊ। ਇੱਕ ਦਿਨ ਦਾ ਸੈਸ਼ਨ ਸੀ। ਸੋ ਸੈਸ਼ਨ ਜਿਹੜਾ ਹੈਗਾ, ਸਾਨੂੰ ਅਸੀਂ ਕਹਿੰਦੇ ਕਿ ਬਿਲਕੁਲ BSF ਦੇ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ।
ਕਿਸਾਨੀ ਦੇ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ। ਪਰ ਲੇਕਿਨ ਆ ਜਿਹੜਾ ਸੈਸ਼ਨ ਆ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਜਿਹੜਾ ਪੈਂਡਿੰਗ ਪਿਆ ਗਿਆ, ਉਹ ਤੁਰੰਤ ਸੱਦਿਆ ਜਾਵੇ, ਜਿਹਦੇ ਵਿੱਚ ਜਿਹੜਾ 15 ਦਿਨ ਦਾ ਹੋਵੇ ਔਰ ਲਾਈਵ ਟੈਲੀਕਾਸਟ ਹੋਵੇ। ਔਰ ਜਿਹੜੀ ਮੈਂ ਸਮਝਦਾ ਕਾਂਗਰਸ ਪਾਰਟੀ ਦੀ 5 ਸਾਲ ਦੀ ਕਾਰਗੁਜ਼ਾਰੀ ਆ, ਉਹਦਾ ਵੀ ਲੇਖਾ ਜੋਖਾ ਹੋਊਗਾ, ਕਿਸਾਨੀ ਕਰਜ਼ੇ ਦੀ ਵੀ ਗੱਲ ਹੋਊਗੀ। ਜੀ ਜੀ ਡੱਲਾ ਸਾਹਿਬ, ਜਿਸ ਤਰ੍ਹਾਂ ਉਹਨੇ ਸੈਸ਼ਨ ਨੂੰ ਲੈ ਕੇ ਸਵਾਲ ਚੱਕੇ, ਕਿਸ ਤਰ੍ਹਾਂ ਦੇਖਦੇ ਹੋ ਕਿ ਸੈਸ਼ਨ ਜਾਣਬੁੱਝ ਕੇ ਵਿੱਚ ਟਾਈਮ ਪਾਇਆ ਗਿਆ ਜਾਂ ਹੋ ਸਕਦਾ ਇਹ ਪ੍ਰੋਗਰਾਮ ਜਿਹੜਾ ਸੈਸ਼ਨ ਦਾ ਉਹ ਹਟਾ ਵੀ ਦਿੱਤਾ ਜਾਏ, ਇੱਦਾਂ ਦੀ ਕੋਈ ਲੱਗ ਰਹੀ ਸੰਭਾਵਨਾ ਤੁਹਾਨੂੰ? ਦੇਖੋ, ਸੈਸ਼ਨ ਹੁਣ 11 ਤਰੀਕ ਨੂੰ ਦੁਬਾਰਾ ਸੱਦਿਆ ਗਿਆ। ਅੱਜ ਪਹਿਲਾ ਦਿਨ ਸੀ। ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ। ਸੇਵਾ ਸਿੰਘ ਸੇਖਵਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਡੇ ਕਈ ਫੌਜੀ ਸ਼ਹੀਦ ਹੋਏ ਸੀ ਸਰਹੱਦਾਂ ਤੇ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸੋ 7 ਸ਼ਖਸੀਅਤਾਂ ਜਿਹੜੀਆਂ ਵਿਛੜੀਆਂ ਰੂਹਾਂ ਸੀ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸੋ 11 ਤਰੀਕ ਨੂੰ ਫਿਰ ਸੈਸ਼ਨ ਹੈ। ਪਹਿਲੇ ਦਿਨ ਦਾ ਜਿਹੜਾ ਸੈਸ਼ਨ ਹੈ, ਪਹਿਲੇ ਦਿਨ ਦਾ ਸੈਸ਼ਨ ਥੋੜਾ ਜਿਹਾ ਛੋਟਾ ਜ਼ਰੂਰ ਰਿਹਾ, ਪਰ ਮੈਨੂੰ ਲੱਗਦਾ 11 ਦਿਨ ਸਾਰਾ ਦਿਨ ਸੈਸ਼ਨ ਚੱਲੇਗਾ ਔਰ ਸਾਰੇ ਜ਼ਰੂਰੀ ਮੁੱਦੇ ਨੇ ਜਿਹੜੇ ਉਸ ਸੈਸ਼ਨ ਦੇ ਵਿੱਚ ਵਿਚਾਰੇ ਜਾਣਗੇ। ਬੜਾ ਚੰਗਾ ਹੁੰਦਾ ਅਗਰ ਅੱਜ ਵੀ ਸੈਸ਼ਨ ਐਡਾ ਛੋਟਾ ਨਾ ਰੱਖਿਆ ਹੁੰਦਾ, ਸੈਸ਼ਨ ਅੱਜ ਵੀ ਵੱਡਾ ਕਰ ਲਿਆ ਹੁੰਦਾ ਤੇ ਬਹੁਤ ਸਾਰੇ ਪੰਜਾਬ ਦੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਹੋ ਸਕਦਾ ਸੀ। ਸੋ ਮੇਰਾ ਇਹ ਮੰਨਣਾ ਹੈ ਕਿ ਸੈਸ਼ਨ ਵੱਡੇ ਹੋਣੇ ਚਾਹੀਦੇ ਨੇ। ਜੀ ਡੱਲਾ ਸਾਹਿਬ, ਰਾਘਵ ਚੱਡਾ ਦਾ ਵੀ ਬਿਆਨ ਆਇਆ ਹੈ ਕਿ ਰਾਘਵ ਚੱਡਾ ਨੇ ਸਿੱਧੂ ਸਾਹਿਬ ਦੀ ਗੱਲ ਨੂੰ ਲੈ ਕੇ ਕਿਹਾ ਕਿ ਚਲੋ ਮੈਂ ਉਹਨਾਂ ਦੀ ਗੱਲ ਤਾਂ ਕੁਝ ਨਹੀਂ ਕਰ ਸਕਦਾ, ਕਿਤੇ ਨਾ ਕਿਤੇ ਨਾ ਸੌਫਟ ਕਾਰਨਰ ਦਿਖਾਇਆ, ਪਰ ਉਹਨਾਂ ਨੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਨੇ ਚੰਨੀ ਸਾਹਿਬ ਤੇ ਅਟੈਕ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਰਾਹ 'ਤੇ ਹੀ ਚੱਲ ਰਿਹਾ, ਕੁਝ ਵੀ ਵੱਖਰਾ ਨਹੀਂ ਹੋ ਰਿਹਾ। ਉਸੇ ਤਰੀਕੇ ਨਾਲ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀ ਜਾ ਰਹੀਆਂ, ਕਾਂਗਰਸ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ, ਡਿਵੈਲਪਮੈਂਟ ਕੋਈ ਹੋ ਨਹੀਂ ਰਹੀ ਹੈ, ਸਿਰਫ ਬਹਾਨੇਬਾਜ਼ੀ ਕਰਕੇ ਟਾਈਮ ਲੰਘਾਇਆ ਜਾ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਵਿਰੋਧੀ ਧਿਰ ਹੈ, ਵਿਰੋਧੀ ਧਿਰ ਨੇ ਜ਼ਰੂਰ ਅਜਿਹੇ ਮਸਲਿਆਂ ਦੇ ਉੱਤੇ ਸਵਾਲ ਚੱਕਣੇ ਨੇ। ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਮੋਰੇ ਸਾਹਿਬ ਕਿ ਸੂਬੇ ਦੀ ਸਰਕਾਰ ਅੱਗੇ ਕਈ ਵੱਡੇ ਵੱਡੇ ਸਵਾਲ ਖੜੇ ਨੇ, ਭਾਵੇਂ ਉਹ ਨੌਕਰੀਆਂ ਦਾ ਮਸਲਾ ਹੈ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਮਸਲਾ ਹੈ। ਸੂਬੇ ਦੀ ਸਰਕਾਰ ਅੱਗੇ ਵੱਡੇ ਵੱਡੇ ਮਸਲੇ ਖੜੇ ਨੇ ਔਰ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਜੀ ਜਾਂ ਦੂਸਰੇ ਲੀਡਰ ਨੇ ਉਹ ਸਮੇਂ-ਸਮੇਂ ਤੇ ਸਵਾਲ ਖੜੇ ਕਰਦੇ ਨੇ। ਡੈਮੋਕ੍ਰੇਸੀ ਦੇ ਵਿੱਚ ਸਵਾਲਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਔਰ ਇਹਨਾਂ ਸਵਾਲਾਂ ਦੇ ਹੱਲ ਦੇ ਵਿੱਚ ਹੀ ਡੈਮੋਕ੍ਰੇਸੀ ਦੀ ਕਾਮਯਾਬੀ ਲੁਕੀ ਰਹਿੰਦੀ ਹੈ। ਸੋ ਵਿਰੋਧੀ ਧਿਰਾਂ ਹਮੇਸ਼ਾ ਇਹ ਪਰੰਪਰਾ ਰਹੀ ਹੈ ਕਿ ਵਿਰੋਧੀ ਧਿਰਾਂ ਨੇ ਹਮੇਸ਼ਾ ਹੀ ਸਵਾਲ ਚੱਕਣੇ ਨੇ ਔਰ ਚਰਨਜੀਤ ਚੰਨੀ ਹੋਣਾ ਦੀ ਸਵਾਲ ਤੇ ਵੀ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੱਕ ਰਹੀਆਂ ਨੇ ਔਰ ਚਰਨਜੀਤ ਚੰਨੀ ਹੋਣਾ ਨੂੰ ਬਿਲਕੁਲ ਅੱਗੇ ਆ ਕੇ ਇਹਨਾਂ ਦਾ ਜਵਾਬ ਵੀ ਦੇਣਾ ਚਾਹੀਦਾ ਹੈ। ਔਰ ਸਿਰਫ ਜਵਾਬ ਹੀ ਨਹੀਂ, ਜਿਹੜੀਆਂ ਵਾਜਬ ਮੰਗਾਂ ਨੇ ਵਿਰੋਧੀ ਧਿਰਾਂ ਦੀਆਂ ਉਹਨਾਂ ਨੂੰ ਹੱਲ ਵੀ ਕੀਤਾ ਜਾਣਾ ਚਾਹੀਦਾ ਹੈ ਜਾਂ ਤਾਂ ਕਿ ਜਿਹੜੀ डेमोक्रेसी की साड़ी शान है वो बरकरार रहे। जो मुद्दे उठाए जा रहे हैं वो मुद्दे वैलिड हैं और मैं चाहूंगा कि चन्नी सरकार इन मुद्दों पर जवाब दे। ड्रामेबाज चीफ मिनिस्टर चन्नी साहब को अगर फोटो खिंचवाने से और अपनी एडवर्टाइजमेंट देने से थोड़ा सा भी समय मिले, टाइम मिले, तो पंजाब के इन मुद्दों पर भी जरा गौर फरमाएं, ऐसी मैं अपील करता हूं चन्नी साहब से। सो तुसी मजीठिया साहब और हरपाल चीमा होना दे बयान सुने हैं। खबर पड़ताल विच अज इन्ना ही, कल फिर असी दोबारा नवी खबरों की चर्चा करें। तद तक लिए सानू इजाजत दिओ। डल्ला साहब तुहाडा बहुत बहुत धन्यवाद। बहुत बहुत धन्यवाद मारा सब, तुहाडा भी और दुनिया भर पंजाबियों दा ही बहुत बहुत धन्यवाद।